Attention Outlook। ਸ਼ਲੋਕ ਮਹਿਲਾ ਪੰਜਵਾਂ। ਰਹਿੰਦੇ ਖੁੰਦੇ ਨਿੰਦਕ ਮਾਰਿਅਨ ਕਰ ਆਪੇ ਆਹਰ, ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰ। ਜੋ ਨਿੰਦਕ ਮਨੁੱਖ ਹੈ ਉਸਨੇ ਆਪਣੇ ਅੰਦਰੋਂ ਬਹੁਤ ਸਾਰੇ ਭਲੇ ਸੰਸਕਾਰ ਮਾਰ ਰੱਖੇ ਹੁੰਦੇ ਹਨ। ਪ੍ਰਭੂ ਦੇ ਨਾਮ ਤੋਂ ਉਹ ਕੋਹਾਂ ਦੂਰ ਜਾ ਚੁੱਕਿਆ ਹੁੰਦਾ ਹੈ। ਫਿਰ ਵੀ ਜੇ ਕੁਝ ਥੋੜ੍ਹੇ ਬਹੁਤ ਭਲੇ ਸੰਸਕਾਰ ਉਸ ਵਿੱਚ ਬਚੇ ਵੀ ਹੋਣ, ਉਹ ਰਹਿੰਦੇ ਖੂੰਦੇ ਭਲੇ ਸੰਸਕਾਰ ਵੀ ਪ੍ਰਮਾਤਮਾ ਆਪ ਉੱਦਮ ਕਰਕੇ ਉਹਨਾਂ ਦੇ ਅੰਦਰੋਂ ਮਾਰ ਦਿੰਦਾ ਹੈ ਅਤੇ ਉਹਨਾਂ ਨੂੰ ਨਿੰਦਾ ਕਰਨ ਵਾਲੇ ਪਾਸੇ ਲਗਾ ਦਿੰਦਾ ਹੈ। ਇਸ ਸਾਰੀ ਪੰਕਤੀ ਦੇ ਵਿੱਚੋਂ ਜੋ ਭਾਵ ਹੈ ਉਹ ਇਹ ਹੈ ਕਿ ਜੇਕਰ ਕੋਈ ਨਿੰਦਕ ਹੈ ਉਹ ਪ੍ਰਮਾਤਮਾ ਦੀ ਰਜ਼ਾ ਨਾਲ ਹੀ ਨਿੰਦਕ ਹੈ, ਆਪਣੇ ਆਪ ਤੋਂ ਨਿੰਦਕ ਨਹੀਂ ਹੋ ਗਿਆ। ਉਹਦੇ 'ਤੇ ਪ੍ਰਮਾਤਮਾ ਦੀ ਮਿਹਰ ਹੀ ਇਸ ਪ੍ਰਕਾਰ ਦੀ ਹੋਈ ਹੈ। ਉਹਦੇ ਲਈ ਪ੍ਰਮਾਤਮਾ ਨੇ ਨਿੰਦਾ ਵਾਲਾ ਰਸਤਾ ਹੀ ਚੁਣਿਆ ਹੈ। ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰ। ਹੇ ਨਾਨਕ, ਉਹ ਪ੍ਰਮਾਤਮਾ ਜਿਹੜਾ ਸੰਤਾਂ ਦਾ ਸਹਾਈ ਹੈ, ਸੰਤ ਜਨਾਂ ਦਾ ਰਾਖਾ ਹੈ, ਉਹ ਸਭ ਥਾਈਂ ਪ੍ਰਗਟ ਖੇਲ ਰਿਹਾ ਹੈ, ਹਰ ਪਾਸੇ ਜਾਹਰ ਹੈ। ਮਹਿਲਾ ਪੰਜਵਾਂ। ਮੁੰਡੋਂ ਭੁੱਲੇ ਮੁੰਡ ਤੇ ਕਿੱਥੈ ਪਾਇਨ ਹੱਥ, ਤਿੰਨੈ ਮਾਰੇ ਨਾਨਕਾ ਜੇ ਕਰਨ ਕਾਰਨ ਸਮਰੱਥ। ਜੋ ਮਨੁੱਖ ਪਹਿਲੋਂ ਤੋਂ ਹੀ ਪ੍ਰਭੂ ਵੱਲੋਂ ਖੁੰਝੇ ਹੋਏ ਹਨ, ਉਹ ਹੋਰ ਕਿਹੜਾ ਆਸਰਾ ਲੈਣ। ਜਿਨ੍ਹਾਂ ਦੀ ਪਰਮਾਤਮਾ ਨਾਲ ਬਣਦੀ ਨਹੀਂ, ਜਿਨ੍ਹਾਂ ਦੇ ਦਿਲਾਂ ਵਿੱਚ ਪਰਮਾਤਮਾ ਦੇ ਪ੍ਰਤੀ ਪ੍ਰੇਮ ਨਹੀਂ, ਉਹ ਔਖੇ ਵੇਲੇ ਕਿਸ ਦਾ ਆਸਰਾ ਲੈਣ, ਕਿਹਦਾ ਸਹਾਰਾ ਲੈਣ ਜਿਹੜਾ ਉਹਨਾਂ ਦੇ ਮਨ ਨੂੰ ਧਰਵਾਸ ਦੇ ਸਕੇ। ਤਿੰਨੈ ਮਾਰੇ ਨਾਨਕਾ ਜੇ ਕਰਨ ਕਾਰਨ ਸਮਰੱਥ। ਪਰ ਜਿਹੜੇ ਨਾਮ ਤੋਂ ਖੁੰਝੇ ਹੋਏ ਨੇ, ਇਹਦੇ ਵਿੱਚ ਉਹਨਾਂ ਦਾ ਕਸੂਰ ਕੋਈ ਨਹੀਂ। ਜੋ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਨੂੰ ਰਚਣ ਦੇ ਸਮਰੱਥ ਹੈ, ਇਹਨਾਂ ਨੂੰ ਉਸ ਪ੍ਰਮਾਤਮਾ ਨੇ ਹੀ ਨਾਮ ਵੱਲੋਂ ਮਾਰਿਆ ਹੋਇਆ ਹੈ। ਪੌੜੀ ਪੰਜਵੀਂ। ਲੈ ਫਾਹੇ ਰਾਤੀ ਤੁਰੈ ਪ੍ਰਭ ਜਾਣੈ ਪ੍ਰਾਣੀ, ਤੱਕੈ ਨਾਰ ਪਰਾਈਆਂ ਲੁਕ ਅੰਦਰ ਠਾਣੀ। ਸੰਨੀ ਦੇਨ ਬਿਖਮ ਥਾਏ ਮਿੱਠਾ ਮਦ ਮਾਣੀ, ਕਰਮੀ ਆਪੋ ਆਪਣੀ ਆਪੇ ਪਛਤਾਣੀ। ਅਜ਼ਰਾਇਲ ਫਰਿਸ਼ਤਾ ਤਿਲ ਪੀੜੇ ਕਹਾਣੀ। ਇਹਨਾਂ ਪੰਕਤੀਆਂ ਦੇ ਵਿੱਚ ਗੁਰੂ ਜੀ ਨੇ ਉਹਨਾਂ ਮਨੁੱਖਾਂ ਦੀ ਗੱਲ ਕੀਤੀ ਹੈ ਜੋ ਕਈ ਪ੍ਰਕਾਰ ਦੇ ਮਾੜੇ ਕੰਮ ਕਰਦੇ ਹਨ। ਕਈ ਅਜਿਹੇ ਮਨੁੱਖ ਹਨ ਜੋ ਫਾਹੇ ਲੈ ਕੇ ਰਾਤਾਂ ਨੂੰ ਤੁਰ ਪੈਂਦੇ ਹਨ ਲੋਕਾਂ ਦੇ ਘਰਾਂ ਨੂੰ ਲੁੱਟਣ ਦੇ ਲਈ। ਗੁਰੂ ਜੀ ਕਹਿੰਦੇ ਪ੍ਰਮਾਤਮਾ ਉਹਨਾਂ ਸਭਨਾਂ ਨੂੰ ਜਾਣਦਾ ਹੈ। ਕਈ ਲੁਕ ਲੁਕ ਕੇ ਪਰਾਈਆਂ ਇਸਤਰੀਆਂ ਵੱਲ ਤੱਕਦੇ ਹਨ। ਕਈ ਔਖੀਆਂ ਥਾਵਾਂ 'ਤੇ ਸੰਨ ਲਾਉਂਦੇ ਹਨ। ਸੰਨ ਲਾਉਣਾ ਭਾਵ ਕਿਸੇ ਦੀਵਾਰ ਨੂੰ ਭੰਨਣਾ, ਇੰਨਾ ਕੁ ਭੰਨ ਲੈਣਾ ਕਿ ਉਹਦੇ ਵਿੱਚ ਦੀ ਇਨਸਾਨ ਗੁਜ਼ਰ ਸਕੇ, ਅੰਦਰ ਵੜ ਸਕੇ, ਅੰਦਰੋਂ ਸਮਾਨ ਚੁਰਾ ਕੇ ਬਾਹਰ ਆ ਸਕੇ। ਔਖੀਆਂ ਔਖੀਆਂ ਥਾਵਾਂ 'ਤੇ ਸੰਨ ਲਾਉਂਦੇ ਹਨ। ਸ਼ਰਾਬ ਨੂੰ ਮਿੱਠਾ ਕਰਕੇ ਮਾਣਦੇ ਹਨ, ਮਿੱਠਾ ਮਦ ਮਾਣੀ। ਪਰ ਕਰਮੀ ਆਪੋ ਆਪਣੀ ਆਪੇ ਪਛਤਾਣੀ। ਜਿਹੜੇ ਵੀ ਮਨੁੱਖ ਜੋ ਵੀ ਪ੍ਰਕਾਰ ਦੇ ਮਾੜੇ ਕੰਮ ਕਰਦੇ ਹਨ, ਆਪੋ ਆਪਣੇ ਕਰਮਾਂ ਨੂੰ ਉਹ ਇੱਕ ਨਾ ਇੱਕ ਦਿਨ ਜ਼ਰੂਰ ਪਛਤਾਉਂਦੇ ਹਨ। ਜਦ ਮਨੁੱਖ ਮਾੜਾ ਕੰਮ ਕਰ ਰਿਹਾ ਹੁੰਦਾ ਹੈ, ਉਸ ਵਕਤ ਉਹਦੇ 'ਤੇ ਮਨਮੁਖਤਾ ਹਾਵੀ ਹੁੰਦੀ ਹੈ, ਭਾਰੂ ਹੁੰਦੀ ਹੈ। ਉਸ ਵਕਤ ਦੀ ਲੋਰ ਭਾਰੂ ਹੁੰਦੀ ਹੈ ਅਤੇ ਉਹ ਮਾੜਾ ਕੰਮ ਕਰ ਜਾਂਦਾ ਹੈ। ਪਰ ਅੱਗੇ ਚੱਲ ਕੇ ਉਹਦੇ ਜੀਵਨ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਅਜਿਹਾ ਸਮਾਂ ਜ਼ਰੂਰ ਆਉਂਦਾ ਹੈ ਜਦੋਂ ਉਹ ਆਪਣੇ ਪਿਛੋਕੜ ਵੱਲ ਝਾਕਣ ਦੇ ਲਈ ਮਜਬੂਰ ਹੋ ਜਾਂਦਾ ਹੈ, ਦੇਖਣ ਦੇ ਲਈ, ਪਰਖਣ ਦੇ ਲਈ ਕਿ ਉਹਨੇ ਜੀਵਨ ਦੇ ਵਿੱਚ ਕੀਤਾ ਕੀ ਹੈ, ਕਮਾਇਆ ਕੀ ਹੈ। ਜੇ ਪਹਿਲੋਂ ਨਹੀਂ ਤੇ ਜਦ ਮੌਤ ਦੀ ਘੜੀ ਨੇੜੇ ਹੁੰਦੀ ਹੈ, ਉਦੋਂ ਤੇ ਜ਼ਰੂਰ ਇਹ ਸਮਾਂ ਉਸ ਮਨੁੱਖ 'ਤੇ ਆਉਂਦਾ ਹੈ ਜਦੋਂ ਉਹ ਆਪਣੇ ਕੀਤੇ ਹੋਏ ਕੰਮਾਂ ਨੂੰ ਪਛਤਾਉਂਦਾ ਹੈ। ਪਰ ਉਸ ਵਕਤ ਤੱਕ ਬਹੁਤ ਹੀ ਜ਼ਿਆਦਾ ਦੇਰ ਹੋ ਚੁੱਕੀ ਹੁੰਦੀ ਹੈ। ਮੌਤ ਦਾ ਫਰਿਸ਼ਤਾ, ਅਜ਼ਰਾਇਲ ਫਰਿਸ਼ਤਾ ਭਾਵ ਮੌਤ ਦਾ ਫਰਿਸ਼ਤਾ
ਤਿਲ ਪੀੜੇ ਘਾਣੀ, ਜਿਵੇਂ ਘਾਣੀ ਦੇ ਵਿੱਚ ਤਿਲਾਂ ਨੂੰ ਪੀੜਿਆ ਜਾਂਦਾ ਹੈ, ਉਸ ਪ੍ਰਕਾਰ ਮਾੜੇ ਕੰਮ ਕਰਨ ਵਾਲਿਆਂ ਨੂੰ ਪੀੜਦਾ ਹੈ। ਮੌਤ ਦਾ ਫਰਿਸ਼ਤਾ ਉਹ ਸਮਾਂ ਕਹਿ ਲਈਏ, ਉਹ ਇੱਕ ਖਿਆਲ ਕਹਿ ਲਈਏ, ਜਦੋਂ ਮਨੁੱਖ ਨੂੰ ਪਤਾ ਚੱਲ ਜਾਂਦਾ ਹੈ ਕਿ ਹੁਣ ਉਹ ਇਸ ਰੰਗਲੀ ਦੁਨੀਆ 'ਤੇ ਬਹੁਤੀ ਦੇਰ ਦਾ ਪ੍ਰਾਹੁਣਾ ਨਹੀਂ। ਹੁਣ ਉਹਦਾ ਰੰਗਲੀ ਦੁਨੀਆ ਦਾ ਸਫ਼ਰ ਕੁਝ ਕੁ ਪਲਾਂ ਦਾ ਰਹਿ ਗਿਆ ਹੈ। ਇਹ ਖਿਆਲ ਦਾ ਆਉਣਾ, ਇਹ ਖਿਆਲ ਹੀ ਮੌਤ ਦਾ ਫਰਿਸ਼ਤਾ ਹੈ। ਮੌਤ ਦਾ ਸੁਨੇਹਾ ਲੈ ਕੇ ਇਨਸਾਨ ਤੱਕ ਆਉਂਦਾ ਹੈ। ਇਸ ਵਕਤ ਇਨਸਾਨ ਮਜਬੂਰ ਹੁੰਦਾ ਹੈ ਆਪਣੇ ਕੀਤੇ ਹੋਏ ਕੰਮਾਂ ਨੂੰ ਪਰਖਣ ਦੇ ਲਈ। ਜਿਸ ਇਨਸਾਨ ਨੇ ਸਾਰੀ ਜ਼ਿੰਦਗੀ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ, ਕੋਈ ਵੀ ਮਾੜਾ ਕੰਮ ਨਹੀਂ ਕੀਤਾ, ਉਹ ਸੁਰਖਰੂ ਹੁੰਦਾ ਹੈ। ਉਹ ਖੁਸ਼ੀ-ਖੁਸ਼ੀ ਇਸ ਜਹਾਨ ਨੂੰ ਅਲਵਿਦਾ ਕਹਿ ਜਾਂਦਾ ਹੈ। ਤੇ ਜਿਹਨੇ ਸਾਰੀ ਉਮਰ ਮਾੜੇ ਕੰਮ ਹੀ ਕੀਤੇ ਹੋਣ, ਉਹਦਾ ਦਿਲ ਨਹੀਂ ਕਰਦਾ ਜਹਾਨ ਤੋਂ ਜਾਣ ਦੇ ਲਈ। ਉਹ ਪਛਤਾਉਂਦਾ ਹੈ, ਦੁਖੀ ਹੁੰਦਾ ਹੈ, ਕਿੜਦਾ ਹੈ, ਸੋਚਦਾ ਹੈ ਕਿ ਕਿਸੇ ਪ੍ਰਕਾਰ ਮੇਰੀ ਜਾਨ ਬਚ ਜਾਏ, ਕਿਸੇ ਪ੍ਰਕਾਰ ਮੈਨੂੰ ਇਸ ਧਰਤੀ 'ਤੇ, ਇਸ ਜਹਾਨ ਦੇ ਵਿੱਚ ਥੋੜ੍ਹਾ ਹੋਰ ਸਮਾਂ ਮਿਲ ਜਾਏ, ਪਰ ਉਹ ਮੁਮਕਿਨ ਨਹੀਂ ਹੁੰਦਾ। ਸ਼ਲੋਕ ਮਹਿਲਾ ਪੰਜਵਾਂ। ਸੇਵਕ ਸੱਚੇ ਸ਼ਾਹ ਕੇ ਸੇਈ ਪ੍ਰਵਾਨ, ਦੂਜਾ ਸੇਵਨ ਨਾਨਕਾ ਸੇ ਪਚ ਪਚ ਮੋਏ ਅਜਾਨ। ਉਸ ਪ੍ਰਭੂ ਦੀ ਦਰਗਾਹ 'ਤੇ ਉਹੀ ਕਬੂਲ ਪੈਂਦੇ ਹਨ ਜੋ ਮਨੁੱਖ ਸੱਚੇ ਸ਼ਾਹ, ਸੱਚੇ ਪ੍ਰਮਾਤਮਾ ਦੇ ਸੇਵਕ ਹੁੰਦੇ ਹਨ। ਜੋ ਸੱਚੇ ਪ੍ਰਮਾਤਮਾ ਨੂੰ ਛੱਡ ਕੇ ਦੂਜੇ ਦੀ ਸੇਵਾ ਕਰਦੇ ਹਨ, ਉਹ ਮੂਰਖ ਖੱਪ ਖੱਪ ਕੇ ਮਰਦੇ ਹਨ। ਮਹਿਲਾ ਪੰਜਵਾਂ। ਜੋ ਧੁਰ ਲਿਖਿਆ ਲੇਖ ਪ੍ਰਭ, ਮੇਟਣਾ ਨਾ ਜਾਏ। ਹਰ ਇਨਸਾਨ ਇਸ ਦੁਨੀਆ ਦੇ ਵਿੱਚ, ਬਲਕਿ ਇਨਸਾਨ ਹੀ ਨਹੀਂ, ਹਰ ਜੀਵ ਇਸ ਦੁਨੀਆ ਦੇ ਵਿੱਚ ਆਪਣਾ ਲੇਖ ਲੈ ਕੇ ਆਉਂਦਾ ਹੈ। ਬੜੀ ਵਾਰ ਪਹਿਲਾਂ ਵੀ ਅਸੀਂ ਇਹ ਗੱਲ ਕੀਤੀ ਹੈ ਕਿ ਹਰ ਇਨਸਾਨ ਦੀ ਆਪਣੀ ਇੱਕ ਵਿਰਤੀ ਹੁੰਦੀ ਹੈ ਜੋ ਉਹ ਲੈ ਕੇ ਹੀ ਪੈਦਾ ਹੁੰਦਾ ਹੈ। ਉਸ ਵਿਰਤੀ ਦੇ ਵਿੱਚ 19-21 ਅੰਤਰ ਲਿਆਇਆ ਜਾ ਸਕਦਾ ਹੈ, ਪਰ ਉਹ ਜੋ ਨੀਂਹ ਹੁੰਦੀ ਹੈ, ਉਹ ਟਿਕ ਕੇ ਹੀ ਇਨਸਾਨ ਜਨਮ ਲੈਂਦਾ ਹੈ। ਉਸ ਨੀਂਹ ਦੇ ਆਧਾਰ 'ਤੇ ਹੀ ਉਹਦਾ ਸਾਰਾ ਜੀਵਨ ਖੜਾ ਹੋਣਾ ਹੁੰਦਾ ਹੈ। ਪਰਮਾਤਮਾ ਨੇ ਜੋ ਲੇਖ ਇਨਸਾਨ ਦੇ ਮੱਥੇ 'ਤੇ ਲਿਖ ਦਿੱਤਾ, ਉਹ ਮੇਟਿਆ ਨਹੀਂ ਜਾ ਸਕਦਾ। ਪਰ ਫਿਰ ਵੀ ਜੇ ਜੀਵਨ ਨੂੰ ਸੌਖਾ ਰੱਖਣਾ ਹੈ, ਸੌਖਿਆਂ ਬਤੀਤ ਕਰਨਾ ਹੈ, ਤਾਂ ਗੁਰੂ ਜੀ ਕਹਿੰਦੇ RAM ਨਾਮ ਧਨ ਵੱਖਰੋ, ਨਾਨਕ ਸਦਾ ਧਿਆਏ। ਕਿ ਹੇ ਨਾਨਕ, ਪ੍ਰਭੂ ਦਾ ਨਾਮ ਧਨ ਤੇ ਸੌਦਾ ਇਕੱਠਾ ਕਰੋ, ਨਾਮ ਸਦਾ ਸਿਮਰੋ। ਪੌੜੀ ਪੰਜਵੀਂ। ਨਾਰਾਇਣ ਲਾਇਆ ਠਠੂੰਗੜਾ, ਪੈਰ ਕਿੱਥੈ ਰੱਖੈ। ਠਠੂੰਗੜਾ ਤੋਂ ਭਾਵ ਠੇਡਾ। ਜਿਸ ਮਨੁੱਖ ਨੂੰ ਰੱਬ ਵੱਲੋਂ ਹੀ ਠੇਡਾ ਵੱਜਿਆ ਹੋਵੇ, ਉਹ ਕਿੱਥੇ ਪੈਰ ਰੱਖੇ। ਭਾਵ ਕਿ ਉਹ ਆਪਣੇ ਜੀਵਨ ਦੇ ਸਹੀ ਰਸਤੇ 'ਤੇ ਟਿਕ ਨਹੀਂ ਸਕਦਾ। ਕਈ ਵਾਰ ਅਸੀਂ ਸੋਚਦੇ ਹਾਂ ਕਿ ਇਹ ਇਨਸਾਨ ਚੰਗਾ ਭਲਾ ਹੈ, ਚੰਗੀ ਇਹਨੂੰ ਸਮਝ ਹੈ, ਫਿਰ ਵੀ ਇਹਦੇ ਵਿੱਚ ਇਹ ਕਮੀ ਕਿਉਂ ਪੈਦਾ ਹੋ ਗਈ। ਇਹ ਇੱਕ ਕਮੀ ਇਸ ਇਨਸਾਨ ਨੂੰ ਜ਼ਿੰਦਗੀ ਦੇ ਅਸਲੀ ਰਸਤੇ ਤੋਂ ਪਰੇ ਧਕੇਲ ਰਹੀ ਹੈ, ਪਰੇ ਤੱਕ ਰਹੀ ਹੈ, ਦੂਰ ਲਿਜਾ ਰਹੀ ਹੈ। ਉਂਝ ਬੜਾ ਸਿਆਣਾ ਇਨਸਾਨ ਹੈ, ਬੜਾ ਸਮਝਦਾਰ ਹੈ, ਤਾਂ ਇੱਕ ਕਮੀ ਵਾਲਾ ਉਹ ਜੋ ਠੇਡਾ ਹੈ, ਉਹ ਪ੍ਰਮਾਤਮਾ ਵੱਲੋਂ ਹੀ ਵੱਜਿਆ ਹੋਇਆ ਹੈ। ਉਹਨੂੰ ਕੋਈ ਵੀ ਮਨੁੱਖ ਠੀਕ ਨਹੀਂ ਕਰ ਸਕਦਾ। ਉਹ ਮਨੁੱਖ ਫਿਰ ਕਰਦਾ ਪਾਪ ਅਮਿੱਤਿਆ, ਨਿਤ ਵਿਸੋ ਚੱਖੈ। ਤੇ ਕਈ ਇਨਸਾਨ ਅਜਿਹੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਨਿੰਦਾ ਆਦਿਕ ਦੇ ਵਿਕਾਰ ਪੈਦਾ ਹੋ ਜਾਂਦੇ ਨੇ। ਉਹ ਵਿਕਾਰ ਵੀ ਪਰਮਾਤਮਾ ਨੇ ਪੈਦਾ ਕੀਤੇ ਨੇ। ਉਹਨਾਂ ਦੇ ਅੰਦਰ ਪਏ ਹੋਏ ਨਿੰਦਾ ਦੇ ਵਿਕਾਰ ਪਰਮਾਤਮਾ ਵੱਲੋਂ ਉਹਨਾਂ ਨੂੰ ਮਾਰਿਆ ਹੋਇਆ ਠੇਡਾ ਹੈ। ਉਹ ਬੇਅੰਤ ਪਾਪ ਕਰਦੇ ਰਹਿੰਦੇ ਹਨ, ਵਿਕਾਰਾਂ ਦੀ ਵਿਉ ਚੱਖਦੇ ਰਹਿੰਦੇ ਹਨ। ਨਿੰਦਾ ਕਰਦਾ ਪਚ ਮੂਆ, ਵਿੱਚ ਦੇਹੀ ਪੱਖੈ। ਦੂਜਿਆਂ ਦੇ ਐਬ ਢੂੰਡ ਢੂੰਡ ਕੇ, ਭਾਲ ਭਾਲ ਕੇ ਖੁਆਰ ਹੁੰਦਾ ਰਹਿੰਦਾ ਹੈ, ਆਪਣੇ ਆਪ ਵਿੱਚ ਹੀ ਸੜਦਾ ਰਹਿੰਦਾ ਹੈ। ਜੋ ਨਿੰਦਕ ਹੈ, ਉਹ ਆਪਣੇ ਆਪ ਵਿੱਚ ਹੀ ਸੜਦਾ ਰਹਿੰਦਾ ਹੈ। ਉਹਦੀ ਨਿੰਦਾ ਕਰਨ ਦੇ ਨਾਲ ਜਿਸ ਇਨਸਾਨ ਦੀ ਉਹ ਨਿੰਦਾ ਕਰ ਰਿਹਾ ਹੈ, ਉਹਦੇ 'ਤੇ ਕੋਈ ਅਸਰ ਨਹੀਂ ਹੁੰਦਾ, ਉਹਦੇ ਜੀਵਨ 'ਤੇ ਕੋਈ ਅਸਰ ਨਹੀਂ ਹੁੰਦਾ। ਪਰ ਇਹ ਗੱਲ
ਨਿੰਦਕ ਤੋਂ ਜਰੀ ਵੀ ਨਹੀਂ ਜਾਂਦੀ, ਇਸ ਕਰਕੇ ਉਹ ਅੰਦਰੇ ਅੰਦਰ ਕੁੜਦਾ ਰਹਿੰਦਾ ਹੈ। ਸੱਚਾ ਸਾਹਿਬ ਮਾਰਿਆ ਕੌਣ ਤਿਸ ਨੂੰ ਰੱਖੈ। ਅਜਿਹੇ ਮਨੁੱਖਾਂ ਨੂੰ ਪ੍ਰਮਾਤਮਾ ਨੇ ਹੀ ਮਾਰਿਆ ਹੁੰਦਾ ਹੈ, ਹੋਰ ਕੋਈ ਉਹਨਾਂ ਦੀ ਸਹਾਇਤਾ ਨਹੀਂ ਕਰ ਸਕਦਾ। ਨਾਨਕ ਤਿਸ ਸ਼ਰਨਾਗਤੀ ਜੋ ਪੁਰਖ ਅਲਖ ਹੈ। ਹੇ ਨਾਨਕ, ਇਸ ਵਿਆਹ ਤੋਂ ਬਚਣ ਦੇ ਲਈ ਉਸ ਅਕਾਲ ਪੁਰਖ ਦੀ ਸ਼ਰਨ ਪਾਓ ਜੋ ਅਲਖ ਹੈ। ਸ਼ਲੋਕ ਮਹਿਲਾ ਪੰਜਵਾਂ। ਨਰਕ ਘੋਰ ਬਹੁ ਦੁਖ ਘਣੇ, ਅਕਿਰਤ ਘਣਾ ਕਾ ਥਾਨ। ਤਿਨ ਪ੍ਰਭ ਮਾਰੇ ਨਾਨਕਾ, ਹੋਏ ਹੋਏ ਮੂਏ ਹਰਾਮ। ਅਕਿਰਤ ਘਣ ਮਨੁੱਖ, ਅਕਿਰਤ ਘਣ ਉਹ ਜੋ ਕਿਸੇ ਦੇ ਕੀਤੇ ਹੋਏ ਉਪਕਾਰ ਨੂੰ ਵਿਸਾਰ ਦੇਵੇ। ਪ੍ਰਮਾਤਮਾ ਦੀ ਸਾਡੇ ਸਭਨਾਂ ਦੇ ਉੱਤੇ ਅਪਾਰ ਕਿਰਪਾ ਹੈ। ਅਪਾਰ ਬਖਸ਼ਿਸ਼ਾਂ ਪ੍ਰਮਾਤਮਾ ਨੇ ਸਾਨੂੰ ਬਖਸ਼ੀਆਂ ਹੋਈਆਂ ਹਨ। ਬਹੁਤ ਸਾਰੇ ਮਨੁੱਖ ਇਹਨਾਂ ਬਖਸ਼ਿਸ਼ਾਂ ਨੂੰ ਫੋਰ ਗ੍ਰਾਂਟਡ ਲੈ ਜਾਂਦੇ ਹਨ, ਭਾਵ ਕਿ ਐਂ ਸਮਝ ਲੈਂਦੇ ਹਨ ਕਿ ਇਹ ਤੇ ਸਾਨੂੰ ਮਿਲਣਾ ਹੀ ਸੀ। ਇਹ ਨਹੀਂ ਵੇਖਦੇ ਕਿ ਪ੍ਰਮਾਤਮਾ ਦੀ ਕਿਰਪਾ ਹੋਈ ਤਾਂ ਮਿਲਿਆ। ਉਹਨੂੰ ਅਕਿਰਤ ਘਣਤਾ ਕਹਿੰਦੇ ਹਨ। ਤੇ ਜੋ ਅਕਿਰਤ ਘਣ ਮਨੁੱਖ ਹੁੰਦੇ ਹਨ, ਉਹਨਾਂ ਨੂੰ ਪ੍ਰਮਾਤਮਾ ਨੇ ਖੁਦ ਆਪਣੇ ਵੱਲੋਂ ਮਾਰਿਆ ਹੁੰਦਾ ਹੈ। ਤਿੰਨ ਪ੍ਰਭ ਮਾਰੇ ਨਾਨਕਾ। ਤੇ ਉਹ ਲੋਕ ਨਰਕ ਘੋਰ ਬਹੁ ਦੁੱਖ ਘਣੇ, ਬਹੁਤ ਸਾਰੇ ਭਾਰੇ ਦੁੱਖ ਅਤੇ ਘੋਰ ਨਰਕ ਇਹਨਾਂ ਅਕਿਰਤ ਘਣਾਂ ਦਾ ਟਿਕਾਣਾ ਹੁੰਦਾ ਹੈ। ਸਰੀਰਕ ਤੌਰ 'ਤੇ ਸਾਨੂੰ ਬੇਸ਼ੱਕ ਇਹ ਲੋਕ ਬੜੇ ਖੁਸ਼ਹਾਲ ਨਜ਼ਰ ਆਉਣ, ਪਰ ਮਾਨਸਿਕ ਤੌਰ 'ਤੇ ਬਹੁਤ ਸਾਰੇ ਦੁੱਖਾਂ ਦੇ ਵਿੱਚ ਹੁੰਦੇ ਹਨ, ਬਹੁਤ ਸਾਰੀਆਂ ਪਰੇਸ਼ਾਨੀਆਂ ਦੇ ਵਿੱਚ ਹੁੰਦੇ ਹਨ। ਖੱਪ ਖੱਪ ਕੇ ਮਰਦੇ ਹਨ, ਖੁਆਰ ਹੁੰਦੇ ਰਹਿੰਦੇ ਹਨ ਇਹਨਾਂ ਦੁੱਖਾਂ ਦੇ ਵਿੱਚ। ਮਹਿਲਾ ਪੰਜਵਾਂ। ਅਵਖਦ ਸਭੇ ਕੀਤਿਆਂ, ਨਿੰਦਕ ਕਾ ਦਾਰੂ ਨਾਹੀਂ। ਪ੍ਰਮਾਤਮਾ ਨੇ ਬਹੁਤ ਸਾਰੇ ਰੋਗ ਵੀ ਬਣਾਏ ਨੇ ਤੇ ਉਹਨਾਂ ਰੋਗਾਂ ਦੀਆਂ ਦਵਾਈਆਂ ਵੀ ਬਣਾਈਆਂ ਨੇ। ਇੱਕ ਮਨਮੁਖ ਮਨੁੱਖ ਇੱਥੇ ਕਹਿ ਸਕਦਾ ਹੈ ਕਿ ਦਵਾਈਆਂ ਤੇ ਸਾਇੰਟਿਸਟਾਂ ਨੇ, ਵਿਗਿਆਨੀਆਂ ਨੇ ਬਣਾਈਆਂ ਨੇ, ਪਰ ਕੀ ਅਸੀਂ ਕਦੇ ਇਹ ਸੋਚਿਆ ਹੈ ਕਿ ਉਹਨਾਂ ਦਵਾਈਆਂ ਨੂੰ ਬਣਾਉਣ ਦੇ ਲਈ ਜੋ ਪਦਾਰਥ, ਜੋ ਸਮੱਗਰੀ ਵਰਤੀ ਜਾਂਦੀ ਹੈ, ਉਹ ਤੇ ਉਸ ਪ੍ਰਮਾਤਮਾ ਵੱਲੋਂ ਹੀ ਪੈਦਾ ਕੀਤੀ ਹੁੰਦੀ ਹੈ। ਕਈ ਵਾਰ ਦੋ ਪਦਾਰਥਾਂ ਨੂੰ ਮਿਲਾ ਕੇ ਇੱਕ ਬਣਾ ਲਿਆ ਜਾਂਦਾ ਹੈ ਤੇ ਅਸੀਂ ਇਹ ਕਹਿ ਛੱਡਦੇ ਹਾਂ ਕਿ ਇਹ ਜੋ ਇੱਕ ਪਦਾਰਥ ਬਣਿਆ ਹੈ ਇਹ ਤੇ ਵਿਗਿਆਨੀਆਂ ਨੇ ਬਣਾਇਆ ਹੈ, ਪਰ ਉਹਦੇ ਵਿੱਚ ਜੋ ਦੋ ਪਏ ਨੇ ਉਹ ਕਿਹਨੇ ਬਣਾਏ ਨੇ? ਸੋ ਉਸ ਪ੍ਰਮਾਤਮਾ ਨੇ ਰੋਗ ਵੀ ਪੈਦਾ ਕੀਤੇ ਨੇ, ਰੋਗਾਂ ਦੀਆਂ ਦਵਾਈਆਂ ਵੀ ਪੈਦਾ ਕੀਤੀਆਂ ਨੇ, ਪਰ ਇੱਕ ਰੋਗ ਹੈ, ਉਹ ਹੈ ਨਿੰਦਾ ਦਾ ਰੋਗ, ਜਿਹਦਾ ਕੋਈ ਇਲਾਜ ਨਹੀਂ। ਨਿੰਦਕ ਕਾ ਦਾਰੂ ਨਾਹੀਂ, ਆਪ ਭੁਲਾਏ ਨਾਨਕਾ, ਪਚ ਪਚ ਜੋਨੀ ਪਾਹੇ। ਕਿਉਂਕਿ ਪ੍ਰਮਾਤਮਾ ਨੇ ਖੁਦ ਇਹਨਾਂ ਨੂੰ ਭੁਲੇਖੇ ਵਿੱਚ ਪਾਇਆ ਹੁੰਦਾ ਹੈ ਜੋ ਨਿੰਦਕ ਹੁੰਦੇ ਹਨ। ਇਸ ਕਰਕੇ ਉਹ ਖੱਪ ਖੱਪ ਕੇ ਜੂਨੀਆਂ ਦੇ ਵਿੱਚ ਪੈਂਦੇ ਰਹਿੰਦੇ ਹਨ। ਪੌੜੀ ਪੰਜਵੀਂ। ਤੁਸ ਦਿੱਤਾ ਪੂਰਾ ਸਤਿਗੁਰੂ, ਹਰ ਧਨ ਸੱਚ ਅਖੁੱਟ। ਸਭ ਅੰਦੇਸੇ ਮਿਟ ਗਏ, ਜਮ ਕਾ ਭਉ ਛੁੱਟ। ਜਿਨ੍ਹਾਂ ਮਨੁੱਖਾਂ ਨੂੰ ਪੂਰੇ ਸਤਿਗੁਰੂ ਨੇ ਪ੍ਰਭੂ ਦਾ ਸੱਚਾ ਤੇ ਨਾ ਮੁੱਕਣ ਵਾਲਾ ਧਨ, ਨਾਮ ਧਨ ਪ੍ਰਸੰਨ ਹੋ ਕੇ ਦਿੱਤਾ ਹੈ, ਉਹਨਾਂ ਦੇ ਸਾਰੇ ਹੀ ਫਿਕਰ ਮਿਟ ਜਾਂਦੇ ਹਨ। ਉਹਨਾਂ ਦਾ ਮੌਤ ਦਾ ਡਰ ਦੂਰ ਹੋ ਜਾਂਦਾ ਹੈ। ਕਾਮ ਕ੍ਰੋਧ ਬੁਰਾਈਆਂ ਸੰਗ ਸਾਧੂ ਟੁੱਟ। ਜਦੋਂ ਅਸੀਂ ਸਾਧੂ ਦਾ ਸੰਗ ਕਰਦੇ ਹਾਂ, ਸੰਤਾਂ ਦੀ ਸੰਗਤ ਕਰਦੇ ਹਾਂ, ਸਾਡੇ ਅੰਦਰੋਂ ਕਾਮ ਕ੍ਰੋਧ ਆਦਿਕ ਅਨੇਕਾਂ ਹੀ ਪਾਪ, ਅਨੇਕਾਂ ਹੀ ਬੁਰਾਈਆਂ ਮਿਟ ਜਾਂਦੀਆਂ ਹਨ। ਬਿਨ ਸੱਚੇ ਦੂਜਾ ਸੇਵਦੇ, ਹੋਏ ਮਰਸਨ ਬੁੱਟ। ਬੁੱਟ ਤੋਂ ਭਾਵ ਬੋਟ, ਇੱਕ ਪੰਛੀ ਦਾ ਨਿੱਕਾ ਜਿਹਾ ਬੱਚਾ ਜੋ ਕਿ ਨਿਆਸਰਾ ਹੁੰਦਾ ਹੈ। ਉਹ ਆਪਣੇ ਦਮ ਤੇ ਕੁਝ ਕਰਨ ਜੋਗਾ ਨਹੀਂ ਹੁੰਦਾ। ਪੰਛੀ ਅਕਸਰ ਹੀ ਆਪਣੇ ਬੱਚਿਆਂ ਨੂੰ ਆਪਣੀ ਚੁੱਝ ਦੇ ਨਾਲ ਖਾਣਾ ਖਿਲਾਉਂਦੇ ਹਨ। ਜਿਹੜੇ ਪ੍ਰਮਾਤਮਾ ਨੂੰ ਛੱਡ ਕੇ ਦੂਜੇ ਦੀ ਸੇਵਾ ਕਰਦੇ ਹਨ, ਹੋਰ ਕਿਸੇ ਦੀ ਸੇਵਾ ਕਰਦੇ ਹਨ, ਬਿਨ ਸੱਚੇ ਦੂਜਾ ਸੇਵਦੇ, ਹੋਏ ਮਰਸਨ ਬੁੱਟ, ਉਹ ਬੋਟ ਵਾਂਗ ਨਿਆਸਰੇ ਹੋ ਕੇ ਮਰ ਜਾਂਦੇ ਹਨ। ਨਾਨਕ ਕਉ ਗੁਰ ਬਖਸ਼ਿਆ, ਨਾਮੈ ਸੰਗ ਜੁਟ। हे ਨਾਨਕ, ਜਿਸ ਮਨੁੱਖ ਤੇ ਸਤਿਗੁਰੂ ਦੇ ਰਾਹੀਂ ਪ੍ਰਭੂ ਨੇ ਬਖਸ਼ਿਸ਼ ਕੀਤੀ ਤੇ ਆਪਣਾ ਨਾਮ ਬਖਸ਼ਿਆ, ਉਹ ਮਨੁੱਖ ਨਿਰੋਲ ਨਾਮ ਵਿੱਚ ਜੁਟਿਆ ਹੋਇਆ ਹੈ।
ਸ਼ਲੋਕ ਮਹਿਲਾ ਚੌਥਾ। ਤਪਾ ਨਾ ਹੋਵੈ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਜਮਾਲਿਆ। ਤਪਾ ਭਾਵ ਕਿ ਤਪਸਵੀ, ਜੋ ਮਨੁੱਖ ਅੰਦਰੋਂ ਲੋਭੀ ਹੋਵੇ ਤੇ ਜੋ ਕੋੜੀ ਸਦਾ ਮਾਇਆ ਵਾਸਤੇ ਭਟਕਦਾ ਫਿਰੇ, ਉਹ ਸੱਚਾ ਤਪਸਵੀ ਨਹੀਂ ਹੋ ਸਕਦਾ। ਤੇ ਅਗਲੀਆਂ ਕੁਝ ਪੰਕਤੀਆਂ ਦੇ ਵਿੱਚ ਇੰਜ ਜਾਪਦਾ ਹੈ ਜਿਵੇਂ ਗੁਰੂ ਜੀ ਕੋਈ ਸੱਚੀ ਘਟਨਾ ਦਾ ਜ਼ਿਕਰ ਕਰਦੇ ਪਏ ਹੋ। ਗੁਰੂ ਜੀ ਕਹਿੰਦੇ ਹਨ, ਅੱਗੋਂ ਦੇ ਸੱਦਿਆ ਸੱਤੈ ਦੀ ਭਿਖਿਆ ਲਏ ਨਾਹੀਂ, ਪਿੱਛੋਂ ਦੇ ਪਛਤਾਏ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ। ਇਹ ਤਪਾ ਯਾਨੀ ਕਿ ਤਪਸਵੀ ਆਪਣੇ ਆਪ ਸੱਦਿਆਂ ਆਦਰ ਦੀ ਭਿਖਿਆ ਲੈਂਦਾ ਨਹੀਂ ਸੀ ਤੇ ਪਿੱਛੋਂ ਪਛਤਾ ਕੇ ਇਸ ਨੇ ਆਪਣੇ ਪੁੱਤਰ ਨੂੰ ਪੰਗਤ ਵਿੱਚ ਲਿਆ ਕੇ ਬਿਠਾਲ ਦਿੱਤਾ। ਪੰਚ ਲੋਕ ਸਭ ਹੱਸਣ ਲੱਗੇ, ਤਪਾ ਲੋਭ ਲਹਿਰ ਹੈ ਗਾਲਿਆ। ਨਗਰ ਦੇ ਮੁਖੀ ਬੰਦੇ ਸਾਰੇ ਹੱਸਣ ਲੱਗ ਪਏ ਤੇ ਆਖਣ ਲੱਗੇ ਕਿ ਇਹ ਤਪਾ, ਇਹ ਤਪਸਵੀ ਲੋਭ ਦੀ ਲਹਿਰ ਵਿੱਚ ਗਲਿਆ ਪਿਆ ਹੈ। ਜਿੱਥੈ ਥੋੜਾ ਧਨ ਵੇਖੈ, ਤਿੱਥੈ ਤਪਾ ਭਿਟੈ ਨਾਹੀਂ। ਧਨ ਬਹੁਤਾ ਡਿਠੈ, ਤਪੈ ਧਰਮ ਹਾਰਿਆ। ਜਿੱਥੇ ਥੋੜਾ ਧਨ ਵੇਖਦਾ ਹੈ, ਉੱਥੇ ਤਾਂ ਨੇੜੇ ਛੋਂਦਾ ਵੀ ਨਹੀਂ। ਇਹ ਪ੍ਰਤੀਤ ਕਰਵਾਉਂਦਾ ਹੈ ਕਿ ਉਹ ਤਪਸਵੀ ਹੈ, ਤੇ ਜਿੱਥੇ ਧਨ ਬਹੁਤਾ ਹੋਵੇ ਉੱਥੇ ਆਪਣਾ ਧਰਮ ਹਾਰ ਦਿੰਦਾ ਹੈ। ਭਾਈ ਇਹ ਤਪਾ ਨਾ ਹੋਵੀ ਬਗਲਾ ਹੈ, ਬਹਿ ਸਾਧ ਜਨਾ ਵਿਚਾਰਿਆ। ਭਲੇ ਮਨੁੱਖਾਂ ਨੇ ਇਕੱਠੇ ਹੋ ਕੇ ਵਿਚਾਰ ਕੀਤੀ ਤੇ ਫੈਸਲਾ ਕੀਤਾ ਕਿ ਹੇ ਭਾਈ, ਇਹ ਸੱਚਾ ਤਪਸਵੀ ਨਹੀਂ, ਇਹ ਤਾਂ ਬਗਲਾ ਹੈ, ਭਾਵ ਪਖੰਡੀ ਹੈ। ਸਤਪੁਰਖ ਕੀ ਤਪਾ ਨਿੰਦਾ ਕਰੈ, ਸੰਸਾਰੈ ਕੀ ਉਸਤਤੀ ਵਿੱਚ ਹੋਵੈ। ਇਤ ਦੁੱਖ ਹੈ ਤਪਾ ਦਈ ਮਾਰਿਆ। ਭਲੇ ਮਨੁੱਖਾਂ ਦੀ ਇਹ ਤਪਾ ਨਿੰਦਾ ਕਰਦਾ ਹੈ ਤੇ ਸੰਸਾਰ ਦੀ ਉਸਤਤ ਵਿੱਚ ਖੁਸ਼ ਹੁੰਦਾ ਹੈ। ਜੇਕਰ ਕੋਈ ਸੰਸਾਰੀ ਜੀਵ ਇਹਦੀ ਉਸਤਤ ਕਰੇ, ਵਡਿਆਈ ਕਰੇ ਤੇ ਇਹ ਖੁਸ਼ ਹੋ ਜਾਂਦਾ ਹੈ। ਇਹਨਾਂ ਦੋਸ਼ਾਂ ਦੇ ਕਰਕੇ ਉਸ ਖਸਮ ਪਰਮਾਤਮਾ ਨੇ ਇਸ ਤਪੇ ਨੂੰ ਆਤਮਿਕ ਜੀਵਨ ਵੱਲੋਂ ਮੁਰਦਾ ਕਰ ਦਿੱਤਾ ਹੈ। ਮਹਾਂਪੁਰਖਾਂ ਕੀ ਨਿੰਦਾ ਕਾ ਵੇਖ, ਜੇ ਤਪੇ ਨੂੰ ਫਲ ਲੱਗਾ, ਸਭ ਗਿਆ ਤਪੇ ਕਾ ਘਾਲਿਆ। ਵੇਖੋ, ਮਹਾਂਪੁਰਖਾਂ ਦੀ ਨਿੰਦਿਆ ਕਰਨ ਦਾ ਇਸ ਤਪੇ ਨੂੰ ਇਹ ਫਲ ਮਿਲਿਆ ਹੈ ਕਿ ਇਹਦੀ ਹੁਣ ਤਾਈਂ ਦੀ ਕੀਤੀ ਹੋਈ ਸਾਰੀ ਹੀ ਘਾਲ ਨਿਸਫਲ ਹੋ ਗਈ ਹੈ। ਕਿਵੇਂ? ਬਾਹਰ ਬਹਿ ਪੰਚਾਂ ਵਿੱਚ ਤਪਾ ਸਦਾਈ। ਬਾਹਰ ਨਗਰ ਦੇ ਮੁਖੀ ਬੰਦਿਆਂ ਵਿੱਚ ਬੈਠ ਕੇ ਆਪਣੇ ਆਪ ਨੂੰ ਤਪਸਵੀ ਅਖਵਾਉਂਦਾ ਹੈ, ਪਰ ਅੰਦਰ ਬਹਿ ਤਪਾ ਪਾਪ ਕਮਾਈ। ਅੰਦਰ ਬਹਿ ਕੇ ਤਪਾ ਮੰਦੇ ਕਰਮ ਕਰਦਾ ਹੈ। ਤੇ ਪਿਛਲੀਆਂ ਪੰਕਤੀਆਂ ਦੇ ਵਿੱਚ ਜੋ ਅਸੀਂ ਪੜ੍ਹਿਆ ਕਿ ਉਹਦੀ ਪੋਲ ਖੁੱਲ੍ਹ ਚੁੱਕੀ ਸੀ। ਅਗਲੀ ਪੰਕਤੀ ਦੇ ਵਿੱਚ ਗੁਰੂ ਜੀ ਉਸ ਦਾ ਜ਼ਿਕਰ ਕਰਦੇ ਹਨ, ਹਰ ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਵਿਖਾਲਿਆ। ਪਰਮਾਤਮਾ ਨੇ ਤਪੇ ਦਾ ਅੰਦਰਲਾ ਲੁਕਮਾ ਪਾਪ ਪੰਚਾਂ ਨੂੰ ਪ੍ਰਗਟ ਕਰਕੇ ਵਿਖਾਲ ਦਿੱਤਾ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 315ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੀਆਂ ਅਖੀਰਲੀਆਂ ਕੁਝ ਪੰਕਤੀਆਂ ਦੇ ਵਿੱਚ ਗੁਰੂ ਜੀ ਇੱਕ ਕਹਾਣੀ, ਇੱਕ ਸੱਚੀ ਘਟਨਾ ਦਾ ਜ਼ਿਕਰ ਕਰਦੇ ਜਾਪਦੇ ਹਨ। ਅਗਲੇ ਅੰਗ ਦੀਆਂ ਪਹਿਲੀਆਂ ਕੁਝ ਪੰਕਤੀਆਂ ਦੇ ਵਿੱਚ ਵੀ ਇਹ ਘਟਨਾ ਦਾ ਜ਼ਿਕਰ ਜਾਰੀ ਹੈ। ਸੋ ਇਸ ਘਟਨਾ ਤੋਂ ਮਿਲਣ ਵਾਲੀਆਂ ਸਿੱਖਿਆਵਾਂ ਨੂੰ ਪੂਰੀ ਤਰ੍ਹਾਂ ਗ੍ਰਹਿਣ ਕਰਨ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 316ਵੇਂ ਅੰਗ ਦੀ ਬਾਣੀ ਦੀ ਵਿਆਖਿਆ ਨੂੰ ਜ਼ਰੂਰ ਸੁਣਨ ਦੀ ਖੇਚਲ ਕਰਿਓ। ਅੱਜ ਦੀ ਇਸ ਵੀਡੀਓ ਨੂੰ ਅੰਤ ਤੱਕ ਵੇਖਣ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।